इस चैनल ਨੂੰ दुनिया भर ਦੇ ਵਿੱਚ देख रहे ਸਾਰੇ ਦਰਸ਼ਕਾਂ ਨੂੰ ਜੈ ਭੀਮ ਜੈ ਭਾਰਤ। ਅੱਜ ਅਸੀਂ ਅੰਬੇਡਕਰ ਬੁੱਧਾ ਲਰਨਿੰਗ ਸੈਂਟਰ ਪਿੰਡ ਗੜਾ ਤੋਂ ਆਪ ਜੀ ਦੇ ਸਨਮੁਖ ਹੋ ਰਹੇ ਹਾਂ। ਜਿਵੇਂ ਕਿ ਸਾਰੇ ਹੀ ਸਾਥੀਆਂ ਨੂੰ ਬਹੁਤ ਹੀ ਭਲੀ ਭਾਂਤ ਜਾਣਕਾਰੀ ਹੈ ਕਿ 2021 ਦੇ ਵਿੱਚ ਪੂਰੇ 10 ਸਾਲ ਦੇ ਵਕਫੇ ਉਪਰੰਤ ਮਰਦਮਸ਼ੁਮਾਰੀ ਸੈਂਸਸ ਹੋਣ ਜਾ ਰਹੀ ਹੈ, ਜਿਹਦੇ ਬਾਬਤ ਸੋਸ਼ਲ ਮੀਡੀਆ ਤੇ ਆਮ ਜਨ ਸਧਾਰਨ ਲੋਕਾਂ ਦੇ ਵਿੱਚ ਕਾਫੀ ਵੱਡੇ ਪੱਧਰ 'ਤੇ ਚਰਚਾ ਹੈ। ਔਰ ख़ास तौर 'ਤੇ ਲੋਕ ਇਹਨੂੰ ਇਹ ਸਮਝ ਰਹੇ ਹਨ ਕਿ 2021 ਦੇ ਵਿੱਚ ਅਸੀਂ ਆਪਣਾ ਕਿਹੜਾ ਧਰਮ ਲਿਖਵਾਉਣਾ ਹੈ। ਮੈਂ ਥੋੜ੍ਹੀ ਜਿਹੀ ਜਾਣਕਾਰੀ ਇਸ ਸੈਂਸਸ ਬਾਬਤ ਆਪ ਜੀ ਦੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਜਿਹੜਾ ਇਹ ਸੈਂਸਸ ਹੈ, ਜਿਹਨੂੰ ਅਸੀਂ ਮਰਦਮਸ਼ੁਮਾਰੀ ਵੀ ਕਹਿੰਦੇ ਹਾਂ, ਜਨਗਣਨਾ ਵੀ ਕਹਿੰਦੇ ਹਾਂ। ਇਹ ਜਨਗਣਨਾ ਸ਼ਬਦ ਤੋਂ ਬਹੁਤ ਹੀ ਕਲੀਅਰ ਹੋ ਜਾਂਦਾ ਹੈ ਕਿ ਜਨ ਦਾ ਮਤਲਬ ਲੋਕ, ਗਣਨਾ ਭਾਵ ਉਹਨਾਂ ਦੀ ਗਿਣਤੀ, ਲੋਕਾਂ ਦੀ ਗਿਣਤੀ ਦੇ ਨਾਲ ਸੰਬੰਧਿਤ ਇਹ ਮਾਮਲਾ ਹੈਗਾ। ਔਰ ਜ਼ਿਆਦਾਤਰ ਲੋਕ ਇਹਨੂੰ ਇਹ ਸਮਝ ਰਹੇ ਵੀ ਸ਼ਾਇਦ ਇਹ ਧਰਮ ਨਾਲ ਜੁੜਿਆ ਹੋਇਆ ਮਾਮਲਾ ਹੈ, ਖ਼ਾਸ ਤੌਰ 'ਤੇ ਸ਼ਡਿਊਲਡ ਕਾਸਟ ਸਮਾਜ ਨਾਲ ਸੰਬੰਧਿਤ ਲੋਕ। ਮੈਂ ਉਹਨਾਂ ਨੂੰ ਇਸ ਵਾਈਟ ਦੇ ਜ਼ਰੀਏ ਉਹਨਾਂ ਦੀਆਂ ਬਹੁਤ ਸਾਰੀਆਂ ਭ੍ਰਾਂਤੀਆਂ ਨੂੰ, ਬਹੁਤ ਸਾਰੀਆਂ ਕੁਐਸਚਨਸ ਨੂੰ ਜਿਹੜੀਆਂ ਅਸੀਂ ਉਹ ਕਲੀਅਰ ਕਰਨਾ ਚਾਹੁੰਦੇ ਹਾਂ ਕਿ ਜਿਹੜੀ ਇਹ ਜਨਗਣਨਾ ਦਾ ਪ੍ਰੋਸੈਸ ਵਾ, ਇਹ ਗੋਰਿਆਂ ਦੀ ਸਰਕਾਰ ਦੇ ਵਿੱਚ, ਇੰਗਲਿਸ਼ ਗੌਰਮੈਂਟ ਦੇ ਵਿੱਚ 1872 ਦੇ ਵਿੱਚ ਸਟਾਰਟ ਹੋਇਆ। ਔਰ 1872 ਤੋਂ ਬਾਅਦ 1881 ਦੇ ਵਿੱਚ ਫਿਰ ਇਹ ਸੈਂਸਸ ਹੋਈ ਅਤੇ ਫਿਰ 10 ਸਾਲ ਦੇ ਵਕਫੇ ਦੌਰਾਨ ਇਹ ਵਕਫੇ ਦੇ ਉਪਰੰਤ ਲਗਾਤਾਰ ਸੈਂਸਸ ਹੁੰਦੀ ਜਾ ਰਹੀ ਆ। ਅਤੇ ਹੁਣ ਜਿਹੜੀ ਆ ਉਹ 2021 ਦੇ ਵਿੱਚ ਸੈਂਸਸ ਹੋ ਰਹੀ ਆ, ਜਿਹਦਾ ਕਿ ਆਮ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਜ਼ਿਆਦਾ ਸਰਗਰਮ ਹੋਣ ਕਰਕੇ ਚਰਚਾ ਹੈ। ਤਾਂ ਉਹਦੇ ਬਾਬਤ ਅੱਜ ਅਸੀਂ ਆਪ ਜੀ ਦੇ ਨਾਲ, ਮੇਰੇ ਨਾਲ ਸਾਡੇ ਮਾਣਯੋਗ ਐਡਵੋਕੇਟ ਚਰਨਜੀਤ ਪਵਾਰੀ ਜੀ, ਸਾਡੇ ਸਤਿਕਾਰਯੋਗ ਚੇਅਰਮੈਨ ਬਿਹਾਰੀ ਲਾਲ ਛਿੰਜੀ ਜੀ, ਇਹ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦੇ। ਸੋ ਮੈਂ ਹੁਣ ਬੇਨਤੀ ਕਰਾਂਗਾ ਐਡਵੋਕੇਟ ਚਰਨਜੀਤ ਪਵਾਰੀ ਜੀ ਨੂੰ ਕਿ ਉਹ ਇਹਦੇ ਬਾਬਤ ਥੋੜ੍ਹਾ ਡਿਟੇਲ ਦੇ ਨਾਲ ਦੱਸਣ। ਜੈ ਭੀਮ ਜੈ ਭਾਰਤ, ਜੈ ਗੁਰਦੇਵ, ਧੰਨ ਗੁਰਦੇਵ। ਸਾਥੀਓ, ਮੈਂ ਆਪਣੇ ਵੱਲੋਂ ਇਸ ਸੈਂਸਸ ਜਿਹੜਾ 2021 ਦੇ ਵਿੱਚ ਹੋਣ ਜਾ ਰਿਹਾ, ਉਹਦੇ ਬਾਬਤ ਆਪਣੇ ਸਮਾਜ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ, ਉਹਨਾਂ ਨੂੰ ਇਸ ਬਾਬਤ ਅਵੇਅਰ ਕਰਨਾ ਚਾਹੁੰਦਾ ਕਿ ਇਸ ਸੈਂਸਸ ਦਾ ਸਾਡੇ ਸਮਾਜ ਨਾਲ ਕੀ ਸੰਬੰਧ ਹੈ, ਇਹਦਾ ਫਾਇਦਾ ਕੀ ਆ, ਨੁਕਸਾਨ ਕੀ ਆ, ਤਾਂ ਸਾਨੂੰ ਇਹਦੇ ਵਿੱਚ ਕੀ ਇਹਤਿਆਤ ਵਰਤਣੇ ਚਾਹੀਦੇ ਆ। ਦੇਖੋ, ਜਿਹੜਾ ਸੈਂਸਸ ਦਾ ਜਿਹੜਾ ਲੋਗੋ ਆ ਜਾਂ ਜਿਹੜਾ ਸੈਂਸਸ ਦਾ ਜਿਹੜਾ ਸਲੋਗਨ ਆ, ਉਹ ਹੈਗਾ ਆ ਆਵਰ ਸੈਂਸਸ ਆਵਰ ਫਿਊਚਰ, ਕਿ ਸਾਡਾ ਜਿਹੜਾ ਸੈਂਸਸ ਆ ਸਾਡਾ ਭਵਿੱਖ। ਇਹ ਪੂਰੇ ਦੇਸ਼ ਦੇ ਲਈ ਇਹ ਜਿਹੜਾ ਆ ਸਲੋਗਨ ਜਾਰੀ, ਜਿਹੜਾ ਆ ਸੈਂਸਸ ਜਿਹੜਾ ਵਿਭਾਗ ਆ ਉਹਨੇ ਜਾਰੀ ਕੀਤਾ ਆ। ਤਾਂ ਇਹਦੇ ਨਾਲ ਰਿਲੇਟਡ ਇਹ ਸਾਡੇ ਸਮਾਜ ਨਾਲ ਵੀ ਸੰਬੰਧਿਤ ਆ ਕਿ ਇਹ ਜਦੋਂ ਸੈਂਸਸ ਦੀ ਜਦੋਂ ਪ੍ਰਕਿਰਿਆ ਸ਼ੁਰੂ ਹੋਣੀ ਆ, ਤਾਂ ਇਹਦੇ ਵਿੱਚ ਕੀ ਇਹ ਇਹ ਸੈਂਸਸ ਜਾਂ ਦੋ ਭਾਗਾਂ ਦੇ ਵਿੱਚ ਇਹ ਕੰਮ ਚੱਲਦਾ ਆ। ਇੱਕ ਪਹਿਲਾ ਫੇਜ਼ ਹੁੰਦਾ ਹੈ, ਇੱਕ ਦੂਸਰਾ ਫੇਜ਼ ਹੁੰਦਾ। ਪਹਿਲੇ ਫੇਜ਼ ਦੇ ਵਿੱਚ ਜਿਹੜੀਆਂ ਸਾਡੇ ਘਰ ਬਾਬਤ ਜਿਹੜੀਆਂ ਜਾਣਕਾਰੀਆਂ ਆ ਉਹ ਸੈਂਸਸ ਆਫਿਸਰ ਨੇ ਲੈ ਕੇ ਜਾਣੀਆਂ। ਉਸ ਤੋਂ ਬਾਅਦ 6 ਤੋਂ 10 ਮਹੀਨਿਆਂ ਤੋਂ ਬਾਅਦ ਜਦੋਂ ਉਹ ਪਹਿਲਾ ਪ੍ਰਕਰਨ ਪੂਰਾ ਹੋ ਜਾਣਾ ਆ, ਫਿਰ ਉਹ ਦੂਸਰੇ ਪ੍ਰਕਰਨ ਦੇ ਵਿੱਚ ਜਿਹੜਾ ਆ ਇਹ ਪਰਸਨਲ ਡਾਟਾ ਜਿਹੜਾ ਆ ਕਿਸੇ ਦੀ ਜਾਤ ਨਾਲ ਰਿਲੇਟਡ, ਧਰਮ ਨਾਲ ਰਿਲੇਟਡ, ਉਮਰ ਨਾਲ ਰਿਲੇਟਡ, ਵਿੱਦਿਆ ਨਾਲ ਰਿਲੇਟਡ ਜਿਹੜਾ ਆ ਉਹ 6 ਤੋਂ 10 ਮਹੀਨਿਆਂ ਬਾਅਦ ਉਹ ਮਤਲਬ ਪ੍ਰਕਰਨ ਜਿਹੜਾ ਆ ਉਹ ਦੂਸਰਾ ਸ਼ੁਰੂ ਹੋਣਾ ਆ। ਹੁਣ ਉਹਦੇ ਬਾਬਤ ਜਿਹੜਾ ਪੰਜਾਬ ਦੇ ਵਿੱਚ ਇਸ਼ੂ ਜਿਹੜਾ ਸੋਸ਼ਲ ਮੀਡੀਆ 'ਤੇ ਅਸੀਂ ਦੇਖਦੇ ਹਾਂ ਕਿ ਕੀ ਹੋਇਆ ਆ, ਕਈ ਧਰਮਾਂ ਦੇ ਲੋਕ ਜਾਂ ਕਿਸੇ ਦੇ ਗਿਆਨਤਾ ਵਸ ਜਾਂ ਕਿਸੇ ਦੇ ਪਿੱਛੇ ਲੱਗ ਕੇ ਉਹ ਐਸੀ ਸਮਾਜ ਦੇ ਵਿੱਚ ਵਖਰੇਵਾਂ ਖੜਾ ਕਰਨ ਦੀ ਨੀਅਤ ਨਾਲ ਉਹਨਾਂ ਨੂੰ ਅਲੱਗ ਧਰਮ ਲਿਖਵਾਉਣ ਦੇ ਲਈ ਪ੍ਰੇਰਿਤ ਕਰ ਰਹੇ ਆ। ਉਹਦੇ ਬਾਬਤ ਮੈਂ ਦੱਸਣਾ ਚਾਹੁੰਦਾ ਹਾਂ ਕਿ ਭਾਰਤੀ ਸੰਵਿਧਾਨ ਜਿਹੜਾ ਆ ਉਹਦਾ ਜਿਹੜਾ ਆਰਟੀਕਲ 341 ਆ ਉਹ ਬੜਾ ਕਲੀਅਰ ਕਰ ਦਿੰਦਾ ਆ ਇਸ ਬਾਬਤ ਸਾਡੇ ਜਿਹੜੇ ਐਸੀ ਸਮਾਜ ਦੇ ਲੋਕ ਆ ਕਿ ਜਿਹੜੇ ਐਸੀ ਆ ਉਹ 3 ਧਰਮਾਂ ਦੇ ਵਿੱਚ ਹੋ ਸਕਦੇ ਆ। ਇੱਕ ਹੈ ਬੁੱਧਿਸਟ, ਇੱਕ ਹੈ ਸਿੱਖ, ਇੱਕ ਹੈ ਹਿੰਦੂ। ਜਿਹੜੇ ਪਹਿਲਾਂ 1990 ਤੋਂ ਪਹਿਲਾਂ ਸਿਰਫ ਹਿੰਦੂ ਤੇ ਸਿੱਖ ਉਹਦੇ ਵਿੱਚ ਜਿਹੜੇ ਐਡ ਸੀਗੇ, 1990 ਦੇ ਵਿੱਚ ਇਸ ਕੌਂਸਟੀਟਿਊਸ਼ਨ ਆਰਡਰ ਦੇ ਵਿੱਚ ਉਹਨਾਂ ਨੇ ਬੁੱਧਿਸਟ ਧਰਮ ਐਡ ਕਰ ਲਿਆ। ਤਾਂ ਹੁਣ ਕੀ ਆ, ਜਿਹੜੇ ਤਿੰਨਾਂ ਧਰਮਾਂ ਦੇ ਵਿੱਚ ਐਸੀ ਹੋ ਸਕਦੇ ਆ। ਉਸ ਤੋਂ ਇਲਾਵਾ ਜੇ ਕੋਈ ਕਵੇ ਮੈਂ ਮੁਸਲਮਾਨ ਦੇ ਵਿੱਚ ਰਹਿ ਕੇ ਐਸੀ ਰਹਿਣਾ ਆ, ਜਾਂ ਕ੍ਰਿਸਚਨ ਦੇ ਵਿੱਚ ਰਹਿ ਕੇ, ਜਾਂ ਮੰਨ ਲਓ ਜੈਨਿਜ਼ਮ ਦੇ ਵਿੱਚ ਰਹਿ ਕੇ ਮੈਂ ਆਪਣੀ ਗਿਣਤੀ ਜਿਹੜੀ ਐਸੀ ਦੇ ਵਿੱਚ ਕਰਵਾ ਲੂੰਗਾ, ਉਹ ਮੰਨ ਲਓ ਸੰਵਿਧਾਨਕ ਤੌਰ 'ਤੇ ਉਹ ਪੋਸੀਬਲ ਨਹੀਂ ਹੈ।
ਇਹੀ ਜਿਹੜਾ ਸੇਮ ਪ੍ਰੋਵੀਜ਼ਨ ਆ ਉਹ ਜਿਹੜੀ ਆ ਸੈਂਸਸ ਦੇ ਵਿੱਚ ਲਾਗੂ ਆ। ਉਹਨਾਂ ਦੇ ਜਿਹੜੇ ਆ ਸੈਂਸਸ ਦਾ ਪਰਫਾਰਮਾ ਦੇਖ ਲਓ 2011 ਦਾ, ਉਹ ਵੀ ਸਾਈਟ ਤੇ ਜਿਹੜਾ ਆਫਿਸ ਆਫ ਰਜਿਸਟਰਾਰ ਜਨਰਲ ਦੀ ਸਾਈਟ ਤੇ ਜਿਹੜਾ ਹੋਮ ਮਿਨਿਸਟਰ ਦੀ ਜਿਹੜੀ ਹੋਮ ਮਿਨਿਸਟਰੀ ਦੀ ਸਾਈਟ ਆ ਉੱਤੇ ਹੈਗਾ ਆ। 2021 ਦਾ ਵੀ ਉਹਨਾਂ ਨੇ ਪਾਇਆ, ਉਹਦੇ ਵਿੱਚ ਵੀ ਉਹਨਾਂ ਨੇ ਬਕਾਇਦਾ ਲਿਖਿਆ ਆ ਕਿ ਜਿਹੜੇ SC ਆ ਉਹ 3 ਧਰਮਾਂ ਦੇ ਵਿੱਚ ਹੋ ਸਕਦੇ ਆ। ਜੇ ਅੱਜ ਸਾਡਾ ਕੋਈ ਲੀਡਰ ਆ ਕੇ ਜਾਂ ਮੰਨ ਲਓ ਕੋਈ ਧਾਰਮਿਕ ਡੇਰਾ ਇਹ ਕਵੇ ਕਿ ਸਾਡੇ ਸਮਾਜ ਦੇ ਲੋਕਾਂ ਨੂੰ ਕਿ ਤੁਸੀਂ ਆਪਣਾ ਇੱਕ ਅਲੱਗ ਧਰਮ ਲਿਖਾਓ, ਉਹਦਾ ਕੀ ਫਰਕ ਪੈਣਾ ਆ। ਜਦੋਂ ਅਸੀਂ 3 ਧਰਮਾਂ ਦੇ ਵਿੱਚ ਹੋ ਸਕਦੇ ਅਸੀਂ ਕੋਈ ਚੌਥਾ ਧਰਮ ਲਿਖਾਵਾਂਗੇ ਤਾਂ ਉਹਨਾਂ ਨੇ ਸਾਡੀ ਜਿਹੜੀ ਗਿਣਤੀ ਆ ਉਹ SC 'ਚ ਨਹੀਂ ਲਿਖਣੀ, ਕਿਉਂਕਿ ਜਿਹੜਾ SC ਦਾ ਕਾਲਮ ਆ ਉਹ ਧਰਮ ਦੇ ਕਾਲਮ ਤੋਂ ਬਾਅਦ ਆਉਂਦਾ ਆ। ਜੇ ਤੁਸੀਂ ਪਹਿਲਾਂ ਧਰਮ ਦਾ ਕਾਲਮ ਆਉਂਦਾ, ਜੇ ਅਸੀਂ ਆਪਣਾ ਧਰਮ ਇਹਨਾਂ ਤਿੰਨਾਂ ਤੋਂ ਇਲਾਵਾ ਕੋਈ ਲਿਖਾ ਲਿਆ ਤਾਂ ਉਹਨਾਂ ਨੇ ਸਾਡੀ ਗਿਣਤੀ SC ਦੀ ਘਟਾ ਦੇਣੀ ਆ, ਸਾਨੂੰ ਉੱਥੇ SC ਜਿਹੜਾ ਕਾਊਂਟ ਨਹੀਂ ਹੋਣਾ। ਉਹਦਾ ਕੀ ਫਰਕ ਪੈਣਾ ਆ? ਦੇਖੋ ਆਰਟੀਕਲ 82 ਜਿਹੜਾ ਆ ਸੰਵਿਧਾਨ ਦਾ, ਉਹ ਰੀਐਡਜਸਟਮੈਂਟ ਦੀ ਗੱਲ ਕਰਦਾ ਕਿ ਹਰੇਕ 10 ਸਾਲ ਬਾਅਦ ਜਦੋਂ ਸੈਂਸਸ ਹੋਣਾ ਆ ਉਸ ਤੋਂ ਬਾਅਦ ਰੀਐਡਜਸਟਮੈਂਟ ਹੋਣੀ ਆ। ਉਸ ਤੋਂ ਬਾਅਦ ਜਿਹੜੀ ਸਰਕਾਰਾਂ ਨੇ ਕੀ ਕੀਤਾ, ਇਹਨਾਂ ਨੇ ਦੇਖਿਆ ਕਿ SC ਵਰਗ ਦੇ ਲੋਕਾਂ ਨੂੰ ਫਾਇਦਾ ਹੋ ਰਿਹਾ, ਇਹਨਾਂ ਨੇ ਉਹਦੀ ਜਿਹੜੀ ਗਿਣਤੀ ਆ ਜਿਹੜੀ ਆ ਰੀਐਡਜਸਟਮੈਂਟ ਉਹ 30 ਸਾਲ ਦੇ ਪਾਤੀ। 4 ਤੋਂ ਬਾਅਦ ਇਹਨਾਂ ਨੇ 26 ਪਾਤੀ, 26 ਤੋਂ ਬਾਅਦ ਜਿਹੜਾ ਸੈਂਸਸ ਹੋਣਾ ਕਿ ਸਿਰਫ ਇਹ SC ਸਮਾਜ ਨੂੰ ਕੋਰਾ ਲਾਉਣ ਦੇ ਲਈ। ਹੁਣ ਕੀ ਹੋ ਰਿਹਾ ਆ, ਜਿਹੜਾ ਆ ਉਸ ਤੋਂ ਬਾਅਦ ਜਿਹੜਾ ਸੈਂਸਸ ਹੁੰਦਾ ਆ ਉਹਦੇ ਬਿਹਾਫ ਦੇ ਉੱਤੇ ਜਿਹੜੀਆਂ ਆ ਪੰਚਾਇਤੀ ਇਲੈਕਸ਼ਨ ਹੁੰਦੇ, ਜ਼ਿਲ੍ਹਾ ਪ੍ਰੀਸ਼ਦ ਦੇ ਹੁੰਦੇ, ਬਲਾਕ ਸੰਮਤੀ ਦੇ ਹੁੰਦੇ ਆ, ਮਿਊਨਿਸਪੈਲਿਟੀਜ਼ ਦੇ ਹੁੰਦੇ, ਉਹਨਾਂ ਦੇ ਵਿੱਚ ਜਦੋਂ ਸਾਡੇ ਸਮਾਜ ਦੀ ਗਿਣਤੀ ਵੱਧਦੀ, ਇਹਨਾਂ ਦੀਆਂ ਸੀਟਾਂ ਵੱਧਦੀਆਂ ਆ, ਇਹਨਾਂ ਦੀ ਜਿਹੜੀ ਆ ਨੌਕਰੀਆਂ ਦੇ ਵਿੱਚ ਜਿਹੜੀ ਰਿਜ਼ਰਵੇਸ਼ਨ ਵੱਧਦੀ ਆ, ਤਾਂ ਜੇ ਇਹਨਾਂ ਦੀ ਗਿਣਤੀ ਘਟੂਗੀ ਉਹ ਘਟੂਗੀ। ਤਾਂ ਇਸ ਲਈ ਉਹਨਾਂ ਨੇ ਦੇਖਿਆ ਕਿ ਪੰਜਾਬ ਦੇ ਵਿੱਚ ਇਹ ਹਰੇਕ 10 ਸਾਲ ਬਾਅਦ ਇਹਨਾਂ ਦੀ ਗਿਣਤੀ ਵੱਧਦੀ ਹੈ, ਇਹਨਾਂ ਨੂੰ ਘਟਾਉਣ ਦੇ ਲਈ ਉਹਨਾਂ ਨੇ ਸਮਾਜ 'ਚ ਵਖਰੇਵਾਂ ਖੜਾ ਕਰਨ ਦੇ ਲਈ ਇੱਕ ਨਵਾਂ ਇਸ਼ੂ ਕ੍ਰੀਏਟ ਕਰਤਾ ਕਿ SC ਸਮਾਜ ਦੇ ਲੋਕਾਂ ਦੀ ਗਿਣਤੀ ਘਟਾਈ ਜਾਵੇ। ਉਹਨਾਂ ਨੇ ਇਹਨਾਂ ਨੂੰ ਕਹਿ ਦਿੱਤਾ ਕਿ ਆਪਣਾ ਅਲੱਗ ਧਰਮ ਲਿਖਾਓ। ਜੇ ਆਪਾਂ ਆਪਣਾ ਧਰਮ ਅਲੱਗ ਲਿਖਾਵਾਂਗੇ ਤਾਂ ਕੀ ਹੋਣਾ ਆ, ਸਾਡੀ ਗਿਣਤੀ ਘਟੂਗੀ, ਉਹਦਾ ਓਵਰਆਲ ਇਫੈਕਟ ਜਿਹੜਾ ਸਾਡੀ ਜਿਹੜੀ ਰਿਪਰੈਜ਼ੈਂਟੇਸ਼ਨ ਹੈਗੀ ਆ ਨੌਕਰੀਆਂ ਦੇ ਵਿੱਚ, ਪਾਰਲੀਮੈਂਟ ਦੇ ਵਿੱਚ, ਅਸੈਂਬਲੀਜ਼ ਦੇ ਵਿੱਚ ਹੈਗੀ ਆ, ਉਹ ਪਈ ਹੋ ਆ। ਇਹਦੇ ਬਾਬਤ ਅਸੀਂ ਜੇ ਦੇਖੀਏ ਡਾਟੇ ਦੇ ਤੌਰ ਤੇ ਦੇਖੀਏ ਤਾਂ 1972 ਦੇ ਵਿੱਚ ਜਿਹੜਾ ਡੀਲਿਮਿਟੇਸ਼ਨ ਐਕਟ ਬਣਾ ਕੇ ਕਮਿਸ਼ਨ ਬਣਾਇਆ ਸੀ, ਉਹਦਾ ਜਿਹੜੀ ਡਾਟਾ ਦੇਖ ਲਿਆ ਜਾਵੇ ਤਾਂ ਉੱਥੇ ਪੰਜਾਬ ਦੇ ਵਿੱਚ ਕਿੱਡੇ ਵੱਡੇ ਪੱਧਰ 'ਤੇ ਜਿਹੜਾ ਸਾਡੀਆਂ ਅਸੈਂਬਲੀਜ਼ ਜਿਹੜੀਆਂ ਕੌਂਸਟੀਟੂਐਂਸੀ ਦੇ ਵਿੱਚ ਸਾਡੀਆਂ ਸੀਟਾਂ ਵਧੀਆ ਸੀਗੀਆਂ। ਉਸ ਤੋਂ ਬਾਅਦ 2004 ਦੇ ਵਿੱਚ ਦੇਖ ਲਿਆ ਜਾਵੇ ਉਹਦੇ ਵਿੱਚ ਵਧੀਆ ਸੀ। 1974 ਦੇ ਵਿੱਚ ਜਿਹੜੀਆਂ ਸਾਡੀਆਂ ਸੀਟਾਂ ਸੀ ਉਹ 24 ਤੋਂ 29 ਹੋਈਆਂ ਸੀ, 29 ਤੋਂ ਬਾਅਦ 29 ਤੋਂ ਉਹ 34 ਹੋਈਆਂ ਸੀ 2004 ਤੋਂ ਬਾਅਦ। ਅਤੇ ਹਰੇਕ ਜਦੋਂ ਰੀਐਡਜਸਟਮੈਂਟ ਹੁੰਦੀ ਆ ਪੰਜਾਬ ਦੇ ਵਿੱਚ ਸੀਟਾਂ ਦਾ ਇਹ ਵਾਧਾ ਹੋ ਰਿਹਾ ਆ। ਇਹ ਜਿਹੜਾ ਆ ਮਨੂਵਾਦੀ ਸਰਕਾਰਾਂ ਨੇ ਇਸ ਚੀਜ਼ ਨੂੰ ਟਾਰਗੇਟ ਕਰਨ ਦੇ ਲਈ, ਪੰਜਾਬ ਦੇ ਵਿੱਚ SC ਧਰਮ ਦੇ ਵਿੱਚ ਵਖਰੇਵਾਂ ਖੜਾ ਕਰਨ ਲਈ, ਇਹਨਾਂ ਦੀ ਜਿਹੜੀ ਪੋਪੂਲੇਸ਼ਨ ਵੱਧਦੀ ਆ ਉਹਦੇ ਜਿਹੜਾ ਉਹਨਾਂ ਨੂੰ ਫਾਇਦਾ ਹੋ ਰਿਹਾ ਇਸ ਚੀਜ਼ ਦਾ, ਉਹਨੂੰ ਘੱਟ ਕਰਨ ਦੇ ਲਈ ਇਹਨਾਂ ਨੇ ਇਹ ਜਿਹੜਾ ਆ ਨਵਾਂ ਇੱਕ ਉਹਨਾਂ ਨੇ ਗੇਮ ਖੇਡੀ ਆ ਕਿ ਮੰਨ ਲਓ ਇਹਨਾਂ ਦੇ ਵਿੱਚੋਂ ਇਹਨਾਂ ਨੂੰ ਵਖਰੇਵਾਂ ਖੜਾ ਕੀਤਾ ਜਾਵੇ ਤਾਂ ਇਹਨਾਂ ਦੀ ਜਦੋਂ ਗਿਣਤੀ ਘਟੂਗੀ ਤਾਂ ਇਹਨਾਂ ਦੀਆਂ ਸੀਟਾਂ ਘਟੂਗੀਆਂ। ਤਾਂ ਇਸ ਦੇ ਲਈ ਉਹਨਾਂ ਨੇ ਇਸ ਸਮਾਜ ਦੇ ਵਿੱਚ ਇਹ ਕਨਫਿਊਜ਼ਨ ਕ੍ਰੀਏਟ ਕੀਤੀ ਆ। ਇਹਦੇ ਬਾਬਤ ਮੈਂ ਆਪਣੇ ਜਿਹੜੇ ਸਾਡੇ ਦੇਖੋ ਪਹਿਲੀ ਜਿਹੜੀ ਡਿਊਟੀ ਸਾਡੀ ਪ੍ਰਾਇਮਰੀ ਡਿਊਟੀ ਬਣਦੀ ਸੀ, ਬਾਬਾ ਸਾਹਿਬ ਸੰਵਿਧਾਨ ਦੇ ਵਿੱਚ ਦਰਜ ਕਰਵਾ ਕੇ ਗਏ ਸੀਗੇ ਜਿਹੜੇ ਨੈਸ਼ਨਲ ਕਮਿਸ਼ਨ ਆ, ਚਾਹੇ ਉਹ SC ਦੇ ਆ ਚਾਹੇ ਉਹ ST ਦੇ ਆ, ਉਹਨਾਂ ਨੇ ਇਸ ਚੀਜ਼ ਬਾਬਤ ਆਪਣਾ ਧਿਆਨ ਨਹੀਂ ਦਿੱਤਾ ਕਿ ਮੰਨ ਲਓ ਸਮਾਜ ਨੂੰ ਕਿੱਥੇ ਘਾਟਾ ਪੈ ਰਿਹਾ, ਉਹ ਇਸ ਚੀਜ਼ ਤੋਂ ਫੇਲ ਹੋ ਗਿਆ। ਉਸ ਤੋਂ ਬਾਅਦ ਜਿਹੜੇ ਮੈਂਬਰ ਪਾਰਲੀਮੈਂਟ ਸੀਗੇ, ਜਿਹੜੇ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਸੀ, ਉਹਨਾਂ ਦੀ ਡਿਊਟੀ ਬਣਦੀ ਸੀ ਕਿਉਂਕਿ ਉਹ ਇਸ ਚੀਜ਼ ਦਾ ਫਾਇਦਾ ਲੈ ਕੇ ਅਸੈਂਬਲੀਆਂ ਤੇ ਪਾਰਲੀਮੈਂਟ 'ਚ ਪਹੁੰਚੇ ਸੀਗੇ, ਉਹ ਵੀ ਇਸ ਚੀਜ਼ ਨੂੰ ਸਮਝਣ ਦੇ ਵਿੱਚ ਤਾਂ ਲੋਕਾਂ ਦੇ ਵਿੱਚ ਇਹ ਭੁਲੇਖੇ ਨੂੰ ਦੂਰ ਕਰਨ ਦੇ ਵਿੱਚ ਉਹ ਨਾ ਕਾਮਯਾਬ ਰਹੇ ਆ। ਉਸ ਤੋਂ ਬਾਅਦ ਪੜ੍ਹੇ ਲਿਖੇ ਸਮਾਜ ਦੀ ਡਿਊਟੀ ਬਣਦੀ ਸੀ, ਉਹ ਵੀ ਇਸ ਚੀਜ਼ ਦੇ ਬਾਬਤ ਪੂਰੀ ਤਰ੍ਹਾਂ ਅਵੇਅਰ ਨਹੀਂ ਹੈ। ਉਹ ਬਾਬਿਆਂ ਪਿੱਛੇ ਲੱਗ ਕੇ, ਮਨੂਵਾਦੀ ਸਰਕਾਰਾਂ ਪਿੱਛੇ ਲੱਗ ਕੇ ਸਮਾਜ ਦਾ ਨੁਕਸਾਨ ਕਰਨਾ ਚਾਹੁੰਦੇ ਆ। ਅਤੇ ਹੁਣ ਅਸੀਂ ਇਸ ਚੀਜ਼ ਦੇ ਬਾਰੇ ਸਾਡੀ ਟੀਮ ਨੇ ਇਸ ਚੀਜ਼ ਦੀ ਸਟੱਡੀ ਕਰਕੇ ਇਸ ਜਿਹੜਾ ਭੁਲੇਖਾ ਮਨੂਵਾਦੀ ਸਰਕਾਰਾਂ ਨੇ ਪਾਇਆ ਉਹਨੂੰ ਤੋੜਨ ਦੇ ਲਈ ਅਸੀਂ ਇਹ ਜਿਹੜਾ ਆ ਇੱਕ ਪਹਿਲਾਂ ਵੀ ਇੱਕ ਪ੍ਰੋਗਰਾਮ ਕੀਤਾ ਸੀ, ਹੁਣ ਥੋੜ੍ਹੇ ਦਿਨਾਂ ਤੱਕ ਅਸੀਂ ਇੱਕ ਪੈਂਫਲੇਟ ਵੀ ਜਾਰੀ ਕਰਾਂਗੇ। ਅੱਜ ਵੀ ਇਸ ਬਾਈਟ ਦੇ ਜ਼ਰੀਏ ਅਸੀਂ ਆਪਣੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਪ੍ਰਚਾਰ ਤੋਂ ਜਿਹੜਾ ਦੁਸ਼ਪ੍ਰਚਾਰ ਕਿਸੇ ਡੇਰੇ ਵੱਲੋਂ ਜਾਂ ਮਨੂਵਾਦੀ ਸਰਕਾਰਾਂ ਵੱਲੋਂ ਕੀਤਾ ਜਾ ਰਿਹਾ, ਉਹਨੂੰ ਸਮਝ ਕੇ ਆਪਾਂ ਆਪਣੀ ਜਿਹੜੀ ਗਿਣਤੀ ਆ ਜਿਹੜੇ 3 ਧਰਮਾਂ ਦੇ ਵਿੱਚੋਂ ਜਿਹੜਾ ਬਾਬਾ ਸਾਹਿਬ ਸਾਨੂੰ ਦੇ ਕੇ ਗਏ ਸੀ ਬੁੱਧਿਜ਼ਮ, ਅਸੀਂ ਉਹਦੇ ਵਿੱਚ ਕਰਵਾ ਕੇ ਪੂਰੀ ਇੰਡੀਆ ਦੇ ਵਿੱਚ ਆਪਣੀ ਤਾਕਤ ਦਿਖਾ ਸਕਦੇ ਹਾਂ, ਜਿਹੜੀ ਸਾਡੀ ਰਿਪਰੈਜ਼ੈਂਟੇਸ਼ਨ ਉਹਨੂੰ ਵਧਾ ਸਕਦੇ ਹਾਂ। ਧੰਨਵਾਦ। ਕੁਝ ਕਨਫਿਊਜ਼ਨਸ ਜਿਹੜੀਆਂ ਆ ਸਾਡੇ ਸਮਾਜ ਦੇ ਵਿੱਚ ਨੇ ਇਹਦੇ ਬਾਬਤ ਕਿ ਸ਼ਾਇਦ ਜਿਹੜੇ ਬੁੱਧ ਧਰਮ ਦੀ ਗੱਲ ਕਰਨ ਵਾਲੇ ਲੋਕ ਆ ਉਹ ਗੁਰੂ ਰਵਿਦਾਸ ਜਾਂ ਰਵਿਦਾਸੀਆ ਧਰਮ ਜਾਂ ਆਦਿ ਧਰਮ ਦੇ
ਵਿਰੋਧ ਦੇ ਵਿੱਚ ਲੋਕਾਂ ਨੂੰ ਭੜਕਾ ਰਹੇ ਆ। ਉਹ ਕਲੀਅਰ ਅਸੀਂ ਕਰਨਾ ਚਾਹੁੰਦੇ ਹਾਂ ਕਿ ਅਸੀਂ ਕਿਸੇ ਵੀ ਰਵਿਦਾਸੀਆ ਧਰਮ ਦੇ ਪੈਰੋਕਾਰ ਨੂੰ ਨਹੀਂ ਕਹਿ ਰਹੇ ਕਿ ਰਵਿਦਾਸੀਆ ਧਰਮ ਮਾੜਾ ਹੈ ਜਾਂ ਰਵਿਦਾਸੀਆ ਧਰਮ ਨੂੰ ਨਾ ਮੰਨੋ ਜਾਂ ਆਦਿ ਧਰਮ ਨੂੰ ਨਾ ਮੰਨੋ ਜਾਂ ਵਾਲਮੀਕੀ ਧਰਮ ਨੂੰ ਨਾ ਮੰਨੋ। ਉਹ ਜਿਹੜੇ ਵੀ ਧਰਮ ਨੂੰ ਮੰਨਦੇ ਆ, ਇਹਨਾਂ ਵਿੱਚੋਂ ਜਿਸ ਵੀ ਇਸ਼ਟ ਨੂੰ ਮੰਨਦੇ, ਉਹ ਜਿੱਦਾਂ ਪਹਿਲਾਂ ਮੰਨਦੇ ਸੀ ਉਸੇ ਪ੍ਰਕਾਰ ਮੰਨਣ, ਉਦੋਂ ਵੀ ਜ਼ਿਆਦਾ ਮੰਨਣ। ਪਰ ਇਹ ਮਾਮਲਾ ਧਰਮ ਦੇ ਨਾਲੋਂ ਵੀ ਜ਼ਿਆਦਾ ਸਾਡੀ ਐਸੀ ਸਮਾਜ ਦੀ ਗਿਣਤੀ ਨਾਲ ਸੰਬੰਧਿਤ ਵਾ। ਹੁਣ ਜੇਕਰ ਅਸੀਂ ਉਹ ਕਾਲਮ ਉਹ ਧਰਮ ਲਿਖਵਾਉਂਦੇ ਆ ਜਿਹੜਾ ਕਾਲਮ ਦੇ ਵਿੱਚ ਹੀ ਹੈ ਨਹੀਂ, ਤਾਂ ਸਾਡੀ ਗਿਣਤੀ ਸ਼ਡਿਊਲਡ ਕਾਸਟ ਦੀ ਘਟ ਜਾਣੀ ਆ। ਤਾਂ ਜਿਵੇਂ ਕਿ ਐਡਵੋਕੇਟ ਚਰਨਜੀਤ ਪਵਾਰੀ ਜੀ ਨੇ ਦੱਸਿਆ ਕਿ ਸਾਡੀਆਂ ਲੋਕ ਸਭਾ ਦੇ ਵਿੱਚ ਵੀ, ਰਾਜ ਸਭਾ ਦੇ ਵਿੱਚ ਵੀ, ਵਿਧਾਨ ਸਭਾਵਾਂ 'ਚ ਵੀ, ਵਿਧਾਨ ਪਰਿਸ਼ਦਾਂ 'ਚ ਵੀ, ਪੰਚਾਇਤ ਸਮਤੀਆਂ 'ਚ ਵੀ, ਜ਼ਿਲ੍ਹਾ ਪਰਿਸ਼ਦ 'ਚ ਵੀ, ਅਪ ਟੂ ਗ੍ਰਾਮ ਪੰਚਾਇਤਾਂ ਦੇ ਵਿੱਚ ਵੀ ਸਾਡੀ ਜਿਹੜੀ ਪੰਚਾਂ ਸਰਪੰਚਾਂ ਦੀ ਗਿਣਤੀ ਆ, ਕਿਉਂਕਿ ਸਾਡੀ ਪਾਪੂਲੇਸ਼ਨ ਘੱਟ ਆਉਣੀ ਐਸੀ ਸਮਾਜ ਦੀ, ਤਾਂ ਉਹਦਾ ਇਫੈਕਟ ਜਿਹੜਾ ਆ ਉਹਦੇ 'ਤੇ ਵੀ ਪੈਣਾ ਅਤੇ ਨੌਕਰੀਆਂ 'ਤੇ ਵੀ ਪੈਣਾ। ਸੋ ਇਹ ਜਿਹੜਾ ਵੱਡੀ ਚਿੰਤਾ ਦਾ ਵਿਸ਼ਾ ਆ, ਜੋ ਇਹ ਦੱਸਣਾ ਚਾਹੁੰਦੇ ਕਿ ਇਹ ਮਾਮਲਾ ਧਰਮ ਨਾਲੋਂ ਵੀ ਜ਼ਿਆਦਾ ਸ਼ਡਿਊਲਡ ਕਾਸਟ ਜਾਤੀਆਂ ਦੀ ਗਿਣਤੀ ਨਾਲ ਸੰਬੰਧਿਤ ਮਾਮਲਾ ਆ। ਔਰ ਕੁਝ ਸਾਥੀਆਂ ਨੂੰ ਕਨਫਿਊਜ਼ਨ ਆ ਕਿ ਜਿਹੜੇ ਸਾਡੇ ਸ਼ਡਿਊਲਡ ਕਾਸਟ ਦੇ ਸਰਟੀਫਿਕੇਟ ਵਾ ਉਹਨਾਂ 'ਤੇ ਤਾਂ ਕਈ ਇਹ ਕਹਿ ਰਹੇ ਕਿ ਉਹਨਾਂ 'ਤੇ ਹਿੰਦੂ ਲਿਖਿਆ ਆ, ਵੀ ਜੇ ਅਸੀਂ ਬੁੱਧਿਸਟ ਲਿਖਾਤਾ ਜਾਂ ਅਸੀਂ ਸਿੱਖ ਲਿਖਾਤਾ ਤਾਂ ਸਾਡੇ ਸਰਟੀਫਿਕੇਟ ਦਾ ਕੀ ਬਣੂਗਾ। ਮੈਂ ਉਹਨਾਂ ਨੂੰ ਇੱਕ ਕਲੀਅਰ ਗੱਲ ਕਰਨੀ ਚਾਹੁੰਦਾ ਕਿ ਸ਼ਡਿਊਲਡ ਕਾਸਟ ਦੇ ਸਰਟੀਫਿਕੇਟ ਦੇ ਉੱਤੇ ਕੋਈ ਵੀ ਧਰਮ ਨਹੀਂ ਲਿਖਿਆ ਹੁੰਦਾ, ਉਹ ਸਿਰਫ ਉਹਦੇ ਵਿੱਚ ਜਾਤੀ ਦਾ ਵੇਰਵਾ ਹੁੰਦਾ ਆ। ਅਸੀਂ ਜਦੋਂ ਆਪਣਾ ਸੈਂਸਸ ਦੇ ਵਿੱਚ ਜਾਤੀ ਲਿਖਾਉਣੀ ਆ ਤਾਂ ਸ਼ਡਿਊਲਡ ਕਾਸਟ ਦੇ ਵਿੱਚ ਜਦੋਂ ਅਸੀਂ ਆਪਣੇ ਆਪ ਨੂੰ ਲਿਖਾਉਣਾ ਤੇ ਤਿੰਨ ਜਿਹੜੇ ਧਰਮ ਆ, ਹਿੰਦੂ, ਸਿੱਖ ਤੇ ਬੁੱਧਿਸਟ, ਇਹਨਾਂ ਦੇ ਵਿੱਚ ਅਸੀਂ ਆਪਣੀ ਜੇ ਗਿਣਤੀ ਕਰਾਵਾਂਗੇ ਤਾਂ ਸਾਡੀਆਂ ਸਹੂਲਤਾਂ ਬਰਕਰਾਰ ਹੀ ਨਹੀਂ ਰਹਿਣਗੀਆਂ, ਸਾਡੀ ਗਿਣਤੀ ਦੇ ਕੰਪੈਰੀਜ਼ਨ ਇਹਨਾਂ ਦੇ ਵਿੱਚ ਵਾਧਾ ਵੀ ਹੋਊਗਾ। ਤਾਂ ਜੇਕਰ ਅਸੀਂ ਇਹਨਾਂ ਤਿੰਨਾਂ ਤੋਂ ਇਲਾਵਾ ਕੋਈ ਹੋਰ ਲਗਾਤਾ, ਉਹਦੀ ਜਿਹੜੀ ਗਿਣਤੀ ਆ ਉਹ ਸ਼ਡਿਊਲ ਕਾਸਟ ਦੇ ਸਮਾਜ ਦੇ ਲੋਕਾਂ ਦੀ ਅਦਰਸ ਦੇ ਵਿੱਚ ਆ ਗਈ, ਤਾਂ ਉਹ ਗਿਣਤੀ ਸਾਡੀ ਘਟ ਜਾਣੀ ਤੇ ਸੀਟਾਂ ਜਿੰਨੀਆਂ ਪਹਿਲਾਂ ਹੈਗੀਆਂ ਆ ਉਦੋਂ ਵੀ ਅਸੀਂ ਡਾਊਨਫਾਲ ਦੇ ਵਿੱਚ ਚੱਲ ਜਾਣਾ। ਕਿਉਂਕਿ ਜਿਹੜਾ ਕੋਈ ਵੀ ਜੇ ਆਪਾਂ ਕੋਰਟ ਦੇ ਵਿੱਚ ਵੀ ਕਿਸੇ ਕੇਸ ਨੂੰ ਲੈ ਕੇ ਜਾਣਾ ਆ ਜਾਂ ਅਸੀਂ ਕੋਈ ਰਿਲੀਫ ਕਲੇਮ ਕਰਨਾ, ਤਾਂ ਇਹ ਕੁਆਂਟੀਫਾਈਬਲ ਡਾਟਾ ਜਿਹੜਾ ਆ ਉਹ ਸੈਂਸਸ ਦਾ ਮੰਨਿਆ ਜਾਣਾ ਆ। ਸੋ ਇਹ ਜਿਹੜੀਆਂ ਕਨਫਿਊਜ਼ਨਸ ਵਾ, ਅਸੀਂ ਕੋਈ ਸਮਾਜ ਨੂੰ ਵੰਡਣ ਦਾ ਜਾਂ ਕਿਸੇ ਨੂੰ ਭੜਕਾਉਣ ਦਾ ਜਾਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ ਨਹੀਂ ਇਹ ਗੱਲ ਕਹਿ ਰਿਹਾ ਕਿ ਇਹਨਾਂ ਤਿੰਨਾਂ ਹੀ ਧਰਮਾਂ 'ਚੋਂ, ਕਿਉਂਕਿ ਸਾਡੇ ਕੋਲ ਆਪਸ਼ਨ ਹੀ ਹੋਰ ਹੈ ਨਹੀਂ ਕੋਈ। ਜੇ ਕੋਈ ਸਾਡੇ ਕੋਲ ਕੋਈ ਆਪਸ਼ਨ ਹੁੰਦੀ ਜਾਂ ਕੋਈ ਇੱਦਾਂ ਦਾ ਪ੍ਰੋਵੀਜ਼ਨ ਹੁੰਦੀ ਕਿ ਇਸ ਸਟੇਜ ਦੇ ਉੱਤੇ ਕੋਈ ਨਵਾਂ ਧਰਮ ਦਾ ਕਾਲਮ ਸੈਂਸਸ ਦੇ ਪਰਫਾਰਮੇ ਦੇ ਵਿੱਚ ਐਡ ਕੀਤਾ ਜਾ ਸਕਦਾ ਆ, ਤਾਂ ਉਹਦੀ ਵੀ ਕੋਈ ਪੋਸੀਬਿਲਿਟੀ ਨਹੀਂ। ਜੇ ਕੋਈ ਨਵਾਂ ਧਰਮ ਜਿਹਦੇ ਵਿੱਚ ਸ਼ਡਿਊਲ ਕਾਸਟ ਆਪਣੀ ਗਿਣਤੀ ਕਰਵਾਉਣ ਤਾਂ ਉਹਨਾਂ ਦੀ ਗਿਣਤੀ ਸ਼ਡਿਊਲ ਕਾਸਟ 'ਚ ਮੰਨੀ ਜਾਊਗੀ। ਜੇਕਰ ਕੋਈ ਇੱਦਾਂ ਦਾ ਕਾਲਮ ਬਣਾਇਆ ਵੀ ਜਾਣਾ ਆ ਜਾਂ ਨਵਾਂ ਐਡ ਕੀਤੇ ਜਾਣਾ, ਤਾਂ ਪਿਛਲੇ 10 ਸਾਲ ਪਹਿਲਾਂ ਹੋਈ ਸੈਂਸਸ ਦਾ ਡਾਟਾ ਪਹਿਲਾਂ ਦੇਖਿਆ ਜਾਣਾ ਵੀ ਪਹਿਲਾਂ ਉਹ 10 ਸਾਲ ਪਹਿਲਾਂ ਇਸ ਧਰਮ ਦੇ ਲੋਕਾਂ ਦੀ ਗਿਣਤੀ ਕਿੰਨੀ ਆਈ ਸੀ। ਤਾਂ ਜੇਕਰ 10 ਸਾਲ ਪਹਿਲਾਂ ਉਸ ਧਰਮ ਦੇ ਲੋਕਾਂ ਦੀ ਗਿਣਤੀ ਚੰਦ ਸੈਂਕੜਿਆਂ ਦੇ ਵਿੱਚ ਸੀ, ਹਜ਼ਾਰਾਂ ਸੀ, ਤਾਂ ਉਹਨਾਂ ਦਾ ਕਾਲਮ ਕਿਸੇ ਵੀ ਤਰ੍ਹਾਂ ਇਹ ਸੈਂਸਸ ਦੇ ਵਿੱਚ ਐਡ ਨਹੀਂ ਹੋ ਸਕਦਾ। ਕਿਉਂਕਿ ਸਾਡੇ ਕੋਲ ਐਗਜ਼ਾਮਪਲਾਂ ਆ ਕਈ ਹੋਰ ਸਟੇਟਾਂ ਦੇ ਵਿੱਚ ਕੁਝ ਸਾਡੀਆਂ ਜਿਹੜੀਆਂ ਸ਼ਡਿਊਲ ਟਰਾਈਬਸ ਦੀਆਂ ਕਮਿਊਨਿਟੀਜ਼ ਸੀਗੀਆਂ, ਜਾਤੀਆਂ ਸੀ, ਉਹਨਾਂ ਨੇ ਧਰਮ ਲਿਖਾਏ, ਉਹਨਾਂ ਦੀ ਕਰੋੜਾਂ ਦੇ ਵਿੱਚ ਵੀ ਗਿਣਤੀ ਸੀ, ਪਰ ਉਹਨਾਂ ਦਾ ਵੀ ਖਾਨਾ ਧਰਮ ਵਾਲੇ ਕਾਲਮਸ ਦੇ ਵਿੱਚ ਬਰਕਰਾਰ ਜਿਹੜਾ ਆ ਧਰਮ ਦੇ ਤੌਰ ਤੇ ਨਹੀਂ ਹੋਇਆ, ਜਿਨ੍ਹਾਂ ਨੇ ਕਰੋੜਾਂ 'ਚ ਗਿਣਤੀ। ਤੇ ਜਿਹੜੇ ਆਪਾਂ ਪੰਜਾਬ ਦੇ ਵਿੱਚ ਰੌਲਾ ਪਾ ਰਹੇ ਹੈਗੇ ਆ ਕਿ ਫਲਾਨਾ ਧਰਮ, ਉਹ ਸਤਿਕਾਰਯੋਗ ਸਾਥੀਆਂ ਨੂੰ ਦੱਸਣਾ ਚਾਹੁੰਦੇ ਕਿ ਪਿਛਲੇ 10 ਸਾਲ ਪਹਿਲਾਂ ਜਿਹੜਾ ਉਹ ਸਾਡੀ ਗਿਣਤੀ ਆ ਉਸ ਧਰਮ ਦੀ, ਉਹਦਾ ਤਾਂ ਕੋਈ ਉਹ ਗਿਣਤੀ ਡਾਟਾ ਦੇ ਮੁਤਾਬਕ ਬਹੁਤ ਘੱਟ ਵਾ, ਨਵਾਂ ਖਾਨਾ ਬਣ ਹੀ ਨਹੀਂ ਸਕਦਾ, ਨਾ ਹੀ ਇਸ ਸਟੇਜ 'ਤੇ ਉਹ ਪੋਸੀਬਲ ਵਾ। ਅਸੀਂ ਉਹਨਾਂ ਨੂੰ ਚੜਾ ਨਹੀਂ ਰਹੇ, ਉਹਨਾਂ ਦੀਆਂ ਅਸੀਂ ਫੀਲਿੰਗਸ ਨੂੰ ਇਨਫਰਿੰਜ ਨਹੀਂ ਕਰ ਰਹੇ, ਉਹਨਾਂ ਦੀਆਂ ਅਸੀਂ ਧਾਰਮਿਕ ਭਾਵਨਾਵਾਂ ਦੀ ਪੂਰੀ ਕਦਰ ਕਰਦੇ ਹਾਂ। ਪਰ ਜੇਕਰ ਅਸੀਂ ਇੱਕ ਜਿੱਦ ਕਰਾਂਗੇ ਕਿ ਨਹੀਂ ਅਸੀਂ ਇਹੀ ਲਿਖਾਉਣਾ, ਚਾਹੇ ਜਿੱਡਾ ਮਰਜ਼ੀ ਨੁਕਸਾਨ ਹੋ ਜਾਵੇ, ਤਾਂ ਇਹਦੇ ਲਈ ਆਉਣ ਵਾਲੀਆਂ ਪੀੜ੍ਹੀਆਂ, ਜਦੋਂ ਸਾਡਾ ਨੁਕਸਾਨ ਹੋਣਾ ਤੇ ਆਉਣ ਵਾਲੀਆਂ ਪੀੜ੍ਹੀਆਂ ਤੁਸੀਂ ਉਹਦੇ ਲਈ ਜਵਾਬਦੇਹ ਆ, ਇਤਿਹਾਸ ਲਿਖਿਆ ਜਾਣਾ। ਜੇ ਅਸੀਂ ਅੱਜ 1931 ਦੀ ਮਰਦਮਸ਼ੁਮਾਰੀ ਦੀ ਗੱਲ ਕਰਦੇ ਹਾਂ ਕਿ ਆਦਿ ਧਰਮ ਦੀ ਉਦੋਂ ਇੰਨੀ ਗਿਣਤੀ ਆਈ ਸੀ, ਉਹ ਇੱਕ ਇਤਿਹਾਸ ਲਿਖਿਆ ਗਿਆ। ਤੇ ਜੇਕਰ ਅਸੀਂ ਇੱਦਾਂ ਦਾ ਕੋਈ ਸਟੈਪ ਚੱਕ ਕੇ ਆਪਣੀ ਗਿਣਤੀ ਘਟਾ ਲਈ, ਤਾਂ ਇਹ ਵੀ ਇਤਿਹਾਸ ਦੇ ਵਿੱਚ ਆਉਣਾ ਕਿ ਕਿਹਨਾਂ ਲੋਕਾਂ ਦੇ ਗਲਤ ਲੋਕਾਂ ਨੂੰ ਮਿਸਗਾਈਡ ਕਰਨ ਦੇ
ਵਜ੍ਹਾ ਕਰਕੇ ਇਹ ਗਿਣਤੀ ਜਿਹੜੀ ਉਹ ਘਟੀ ਆ। ਸੋ ਇਹ ਸਮਾਜ ਦੀ ਰੀਪ੍ਰਜੈਂਟੇਸ਼ਨ ਦੇ ਨਾਲ ਜੁੜਿਆ ਹੋਇਆ ਮਾਮਲਾ ਆ, ਨਾ ਕਿ ਸਾਡਾ ਧਰਮ। ਜਿਹੜਾ ਵੀ ਧਰਮ ਤੁਸੀਂ ਆਲਰੇਡੀ ਮੰਨਦੇ ਹੋ ਉਹਨੂੰ ਮੰਨੋ, ਉਹਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਮੰਨੋ, ਜ਼ਿਆਦਾ ਸ਼ਰਧਾ ਨਾਲ ਮੰਨੋ, ਪਰ ਆਪਣੀ ਗਿਣਤੀ ਉਹ ਜਿਹਦਾ ਖਾਨਾ ਹੀ ਹੈ ਨਹੀਂ ਆ ਉਹ ਕਰਵਾ ਕੇ ਆਪਣੀ ਸ਼ਡਿਊਲ ਕਾਸਟ ਦੀ ਗਿਣਤੀ ਦੇਸ਼ ਦੇ ਵਿੱਚ ਨਾ ਘਟਾਓ। ਇਹਦੇ ਨਾਲ ਬਹੁਤ ਵੱਡਾ ਜਿਹੜਾ ਬਾਬਾ ਸਾਹਿਬ ਦਾ 40 ਸਾਲ ਦਾ ਸੰਘਰਸ਼ ਆ, ਮਾਨਯਵਰ ਕਾਂਸ਼ੀ ਰਾਮ ਸਾਹਿਬ ਦਾ 40 ਸਾਲ ਦਾ ਸੰਘਰਸ਼ ਆ, ਸਾਡੇ ਮਾਨਵਤਾਵਾਦੀ ਮਹਾਂਪੁਰਸ਼ਾਂ ਨੇ ਜਿਨ੍ਹਾਂ ਨੇ ਸਮਾਨਤਾ, ਸੁਤੰਤਰਤਾ, ਭਾਈਚਾਰਾ ਸਥਾਪਿਤ ਕਰਨ ਦੇ ਲਈ ਸੰਘਰਸ਼ ਕੀਤਾ, ਉਹ ਸਾਰੇ ਸੰਘਰਸ਼ ਦੇ ਉੱਤੇ ਪਾਣੀ ਫਿਰਨ ਵਾਲਾ ਕੰਮ ਆ ਇਹ। ਮੈਂ ਇੰਨੀਆਂ ਬੇਨਤੀਆਂ ਕਰਾਂਗਾ। ਹੁਣ ਸਾਡੇ ਮਾਣਯੋਗ ਬਿਹਾਰੀ ਲਾਲ ਸਿੰਘ ਜੀ। ਸਾਥੀਓ, ਜਿਵੇਂ ਕਿ ਮੇਰੇ ਸਾਥੀਆਂ ਨੇ ਹੋਰ ਦੱਸਿਆ, ਮੈਂ ਉਸ ਤੋਂ ਥੋੜ੍ਹਾ ਜਿਹਾ ਹੋਰ ਅੱਗੇ ਜਾਵਾਂਗਾ, ਕਿਉਂਕਿ ਜਿੰਨੀਆਂ ਵੀ ਆਨਰੇਬਲ ਸੁਪਰੀਮ ਕੋਰਟ ਦੇ ਕੌਂਸਟੀਟਿਊਸ਼ਨਲ ਬੈਂਚ ਦੇ ਵਿੱਚ ਜਿੰਨੇ ਕੇਸ ਆਏ ਆ, ਜਦੋਂ ਕਦੇ ਉਹਨਾਂ ਨੂੰ ਸਟੱਡੀ ਕਰੀਦਾ ਤੇ ਉਹਦੇ ਵਿੱਚ ਇੱਕ ਚੀਜ਼ ਬੜੀ ਕਾਮਨ ਹੈਗੀ ਹੈ ਕਿ ਉਹ ਕੋਰਟ ਹਮੇਸ਼ਾ ਕੁਆਂਟੀਫਾਈਏਬਲ ਔਥੈਂਟੀਕੇਟਡ ਡਾਟਾ ਮੰਗਦਾ। ਉਹ ਜ਼ਰੂਰਤ ਹੁੰਦੀ ਹੈ ਕਿਸੇ ਨੂੰ ਕੋਈ ਫੈਸਿਲਿਟੀ ਦੇਣ ਦੇ ਲਈ, ਕਿਸੇ ਨੂੰ ਕੋਈ ਫੈਸਿਲਿਟੀ ਦੀ ਲਿਮਿਟੇਸ਼ਨ ਕਰਨ ਦੇ ਲਈ, ਔਰ ਜਦੋਂ ਸਾਡੇ ਕੋਲ ਔਥੈਂਟੀਕੇਟਡ ਕੁਆਂਟੀਫਾਈਏਬਲ ਡਾਟਾ ਕਿਸੇ ਕਾਸਟ ਬਾਰੇ ਨਹੀਂ ਹੁੰਦਾ, ਤਦ ਸਾਨੂੰ ਉਸ ਕੇਸ ਦੇ ਵਿੱਚੋਂ ਜ਼ਿਆਦਾ ਬੈਨੀਫਿਟ ਨਹੀਂ ਮਿਲਦਾ। ਔਰ ਅਸੀਂ ਰਿਜ਼ਰਵੇਸ਼ਨ ਪਾਲਿਸੀ ਦੀ ਗੱਲ ਕਰਦੇ ਹਾਂ ਕਿ ਉਹਦੇ ਵਿੱਚ ਹੀ ਰਿਜ਼ਰਵੇਸ਼ਨ ਪਾਲਿਸੀ ਦੇ 3 ਮੁੱਦੇ, ਪੋਲੀਟੀਕਲ ਰਿਜ਼ਰਵੇਸ਼ਨ, ਐਜੂਕੇਸ਼ਨ ਰਿਜ਼ਰਵੇਸ਼ਨ ਔਰ ਸਰਵਿਸਿਜ਼ ਦੇ ਵਿੱਚ ਰਿਜ਼ਰਵੇਸ਼ਨ, ਔਰ ਉਹਦੀ ਜਦੋਂ ਵੀ ਕਿਤੇ ਸੁਪਰੀਮ ਕੋਰਟ ਦੇ ਵਿੱਚ ਦੇ ਕੌਂਸਟੀਟਿਊਸ਼ਨ ਬੈਂਚ ਦੇ ਵਿੱਚ ਉਸ ਡਾਟਾ ਦੀ ਮੰਗ ਕੀਤੀ ਜਾਂਦੀ ਹੈ ਤੇ ਉਹ ਇਹੀ ਡਾਟਾ ਹੁੰਦਾ। ਔਰ ਅਥੈਂਟੀਕੇਟਡ ਡਾਟਾ ਜਿਹੜਾ ਸੈਂਸਸ ਦਾ ਮੰਨਿਆ ਜਾਂਦਾ, ਔਰ ਸੈਂਸਸ ਦੇ ਡਾਟਾ ਦੇ ਮੁਤਾਬਕ ਹੀ ਸਾਰੀਆਂ ਫੈਸਿਲਿਟੀ ਜਿਹੜੀਆਂ ਹੈਗੀਆਂ ਉਹ ਕੀਤੀਆਂ ਜਾਂਦੀਆਂ। ਔਰ ਇਹ ਸੈਂਸਸ ਦੇ ਡਾਟੇ ਨੂੰ ਅਸੀਂ ਆਪਣੀ ਐਸਸੀ ਕਮਿਊਨਿਟੀ ਦੇ ਗਿਣਤੀ ਨੂੰ ਠੀਕ ਢੰਗ ਦੇ ਨਾਲ ਆਇਡੈਂਟੀਫਾਈ ਕਰਵਾ ਪਾਈਏ, ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਕਿਉਂਕਿ ਅਸੀਂ ਕੋਈ ਵੀ ਬੈਨੀਫਿਟ ਲੈਣਾ ਤੇ ਸਾਡੀ ਜਿੰਨੀ ਸੰਖਿਆ ਹੈਗੀ ਆ ਉਹਦੇ ਹਿਸਾਬ ਦੇ ਨਾਲ ਹੀ ਸਾਨੂੰ ਕੋਈ ਬੈਨੀਫਿਟ ਮਿਲਣਾ। ਔਰ ਇਸ ਕਰਕੇ ਸਟੇਟਾਂ ਦੀ ਇਹ ਡਿਊਟੀ ਬਣਦੀ ਹੁੰਦੀ ਹੈ ਕਿ ਉਹ ਕੋਰਟ ਦੇ ਵਿੱਚ ਜਿਹੜਾ ਹੈਗਾ ਆਪਣਾ ਕੁਆਂਟੀਫਾਈਏਬਲ ਡਾਟਾ ਪ੍ਰੈਜ਼ੈਂਟ ਕਰਨ, ਤਾਂ ਕਿ ਉਹ ਫੈਸਿਲਿਟੀ ਜਿਹੜੀ ਆ ਉਹਨਾਂ ਤੱਕ ਪਹੁੰਚ ਸਕੇ। ਔਰ ਇੰਨੀਆਂ ਗੱਲਾਂ ਕਰਦਾ ਹੋਇਆ ਮੈਂ ਰਜ਼ਾ ਲੈਂਦਾ। ਜੈ ਭੀਮ, ਜੈ ਭਾਰਤ। ਮੈਂ ਇੱਕ ਹੋਰ ਜਾਣਕਾਰੀ ਦੇਣਾ ਚਾਹੁੰਦਾ ਕਿ ਪਿਛਲੀ ਸੈਂਸਸ ਦੇ ਸਾਡੀ ਗਿਣਤੀ ਦੇ ਅਨੁਸਾਰ ਉੱਤਰ ਪ੍ਰਦੇਸ਼ ਦੇ ਵਿੱਚ ਸਾਡੀਆਂ ਲੋਕ ਸਭਾ ਦੀਆਂ ਸੀਟਾਂ ਵੀ ਘਟ ਗਈਆਂ, ਸਾਡੀਆਂ ਵਿਧਾਨ ਸਭਾ ਦੀਆਂ ਵੀ ਰਿਜ਼ਰਵ ਸੀਟਾਂ ਵੱਧ ਗਈਆਂ। ਤੇ ਜੇ ਇਹਨੂੰ ਉਲਟਾ ਆਪਾਂ ਪੰਜਾਬ 'ਚ ਦੇਖੀਏ, ਸਾਡੀਆਂ 29 ਤੋਂ 34 ਸੀਟਾਂ ਹੋ ਗਈਆਂ ਔਰ ਲੋਕ ਸਭਾ ਦੀਆਂ 3 ਤੋਂ 4 ਸੀਟਾਂ ਹੋ ਗਈਆਂ। ਇਸੇ ਪ੍ਰਕਾਰ ਬਿਹਾਰ 'ਚ ਵੀ ਘਟੀਆਂ, ਮਹਾਰਾਸ਼ਟਰ ਦੇ ਵਿੱਚ ਵਧੀਆਂ। ਸੋ ਇਸ ਪ੍ਰਕਾਰ ਇਹ ਸਾਡੀ ਗਿਣਤੀ 'ਤੇ ਡਿਪੈਂਡ ਕਰਦਾ ਆ। ਅਸੀਂ ਉੱਦਾਂ ਦਾ ਕਰਮ ਨਾ ਕਰ ਲਈਏ ਜਿਹਦੇ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹਦਾ ਖਮਿਆਜਾ ਭੁਗਤਣਾ ਪਵੇ। ਅਤੇ ਹੋਰ ਜਿਹੜੀਆਂ ਇਹਦੇ ਵਿੱਚ ਧਿਆਨ ਰੱਖਣ ਯੋਗ ਗੱਲਾਂ ਆ ਕਿ ਜਿਹੜੇ ਸੈਂਸਸ ਕਰਨ ਵਾਲੇ ਸਾਥੀ, ਸਾਡੇ ਇੰਪਲੋਈਜ਼ ਸਾਥੀ ਸਾਡੇ ਘਰਾਂ 'ਚ ਆਉਣਗੇ ਤਾਂ ਉਹਨਾਂ ਨੂੰ ਇਸ ਗੱਲ ਲਈ ਜ਼ਰੂਰ ਵਚਨਬੱਧ ਕੀਤਾ ਜਾਵੇ, ਇਸ ਗੱਲ ਦੇ ਉੱਤੇ ਆਪਣੀ ਜਿੱਦ ਪਗਾਈ ਜਾਵੇ ਕਿ ਜਿਹੜਾ ਫਾਰਮ ਆ ਇਹ ਕੱਚੀ ਪੈਨਸਲ ਨਾਲ ਨਹੀਂ ਬਲਕਿ ਪੈਨ ਦੇ ਨਾਲ ਭਰਿਆ ਜਾਵੇ ਔਰ ਉਹਦੇ 'ਤੇ ਬਕਾਇਦਾ ਤੁਸੀਂ ਸਿਗਨੇਚਰ ਕਰੋ। ਔਰ ਇਹ ਵੀ ਧਿਆਨ ਰੱਖਿਆ ਜਾਵੇ ਕਿ ਇਹ ਨਾ ਹੋਵੇ ਵੀ ਅਨੁਸੂਚਿਤ ਜਾਤੀ ਤੁਹਾਡਾ ਪੁੱਛ ਲਿਆ, ਜਾਤੀ ਪੁੱਛ ਲਈ, ਧਰਮ ਪੁੱਛਿਆ ਜਾਣਾ ਹੀ ਨਾ, ਧਰਮ ਖੁਦ ਹੀ ਉਹ ਹਿੰਦੂ ਭਰ ਲੈਣ ਜਾਂ ਕੋਈ ਹੋਰ ਭਰ ਲੈਣ। ਤਾਂ ਇਹ ਵੀ ਧਿਆਨ ਰੱਖਣਾ ਵੀ ਧਰਮ ਵੀ ਆਪ ਆਪਣੇ ਬੜੀ ਕੇਅਰਫੁਲੀ ਜਿਹੜਾ ਆ ਉਹ ਧਰਮ ਦਾ ਜਿਹੜਾ ਆ ਉਹ ਖਾਨਾ ਵੀ ਭਰਾਉਣਾ ਆ। ਸੋ ਇਹ ਗੱਲਾਂ ਦਾ ਬੜਾ ਧਿਆਨ ਰੱਖਣਾ ਹੈਗਾ ਆ ਔਰ ਇਹਦੇ ਲਈ ਕੇਅਰਫੁਲੀ ਹੋਣ ਦੀ ਲੋੜ ਆ। ਸਾਥੀਓ, ਮੈਂ ਇਹਦੇ ਵਿੱਚ ਹੋਰ ਐਡ ਕਰ ਦੇਵਾਂ, ਜਿਹੜੀ ਲਾਸਟ ਜਿਹੜਾ ਸੈਂਸਸ ਹੋਇਆ ਸੀ ਉਹਦਾ ਜਿਹੜਾ ਯੂਜ਼ਰ ਮੈਨੂਅਲ ਆ ਉਹ ਹੱਲੇ ਵੀ ਜਿਹੜੀ ਮੈਂ ਸਾਈਟ ਪਹਿਲਾਂ ਦੱਸੀ ਸੀ ਕਿ ਦਾ ਆਫਿਸ ਆਫ ਰਜਿਸਟਰਾਰ ਜਨਰਲ ਐਂਡ ਸੈਂਸਸ ਕਮਿਸ਼ਨਰ ਦੇ ਉੱਤੇ ਹੱਲੇ ਵੀ ਅਪਲੋਡ ਹੈਗਾ ਆ। ਉਹ ਦੋ ਭਾਗਾਂ ਦੇ ਵਿੱਚ ਹੈਗਾ। ਪਹਿਲਾ ਹੈਗਾ ਹਾਊਸ ਲਿਸਟਿੰਗ ਅਤੇ ਦੂਜਾ ਹੈਗਾ ਪਰਸਨਲ ਇਨਿਊਮੀਰੇਸ਼ਨ। ਜੇ ਉਹਦੇ ਵਿੱਚ ਕਲੀਅਰ ਕਰਕੇ ਲਿਖਿਆ ਹੈ ਕਿ ਜਿਹੜੇ ਐਸਸੀ ਆ ਉਹ 3 ਧਰਮਾਂ ਦੇ ਵਿੱਚੋਂ ਹੋ ਸਕਦੇ ਆ। ਤਾਂ ਮੈਂ ਇੱਥੇ ਹੋਰ ਕਲੀਅਰ ਕਰਨਾ ਚਾਹੁੰਦਾ ਆਪਣੇ ਸਾਥੀਆਂ ਨੂੰ, ਜਿਹੜੇ ਐਸਸੀ ਸਮਾਜ ਦੇ ਲੋਕ ਆ, ਕਈ ਜਿਹੜੇ ਆਪਣੇ ਆਪ ਨੂੰ ਐਸਸੀ ਦਾ ਸਰਟੀਫਿਕੇਟ ਬਣਾ ਕੇ ਰੱਖਿਆ ਉਹਨਾਂ ਨੇ, ਉਹ ਆਪਣੇ ਆਪ ਨੂੰ ਕ੍ਰਿਸਚਨ ਵੀ ਲਿਖਾ ਲੈਂਦੇ ਆ, ਆਪਣੇ ਆਪ ਨੂੰ ਉਹ ਮੁਸਲਮਾਨ ਵੀ ਲਿਖਾ ਲੈਂਦੇ ਆ, ਉਹ ਆਪਣੇ ਆਪ ਨੂੰ ਰਵਦਾਸੀਆ ਵੀ ਲਿਖਾ ਸਕਦੇ ਆ, ਆਪਣੇ ਆਪ ਨੂੰ ਆਹ ਧਰਮੀ ਵੀ ਲਿਖਾ ਸਕਦੇ ਆ। ਨਾਲ ਦੀ ਨਾਲ ਉਹ ਐਸਸੀ ਸਰਟੀਫਿਕੇਟ ਆਪਣਾ ਲੈ ਕੇ ਉਹ ਤੋਂ ਫਾਇਦਾ ਲੈਣ ਲਈ ਉਹਨਾਂ ਨੇ ਘਰੇ ਰੱਖਿਆ ਹੁੰਦਾ ਹੈ ਤਾਂ ਉਹਦਾ ਉਹਨਾਂ ਨੇ ਫਾਇਦਾ ਲਿਆ ਵੀ ਹੁੰਦਾ ਹੈ।
ਮੈਂ ਇੱਥੇ ਦੱਸ ਦੇਵਾਂ ਕਿ ਜਿਹੜਾ ਸੈਂਸਸ ਐਕਟ 1948 ਆ ਉਹਦਾ ਸੈਕਸ਼ਨ 8 ਕਲੀਅਰ ਕਰਦਾ ਆ ਕਿ ਜੇ ਤੁਸੀਂ ਕੋਈ ਵੀ ਜਾਣਕਾਰੀ ਸੈਂਸਸ ਅਫਸਰ ਜਿਹੜਾ ਤੁਹਾਡੇ ਕੋਲ ਕਲੈਕਟ ਕਰਨ ਜਾਣਕਾਰੀ ਆਉਂਦਾ ਤੁਸੀਂ ਦਿੰਦੇ ਆ ਤਾਂ ਉਹ ਸੈਕਸ਼ਨ 187 ਦੇ ਵਿੱਚ ਤੁਸੀਂ ਉਹਦੇ ਲਈ ਉਹਦੇ ਜ਼ਿੰਮੇਵਾਰ ਆ, ਤੁਹਾਡੇ ਖਿਲਾਫ FIR ਦਰਜ ਹੋ ਸਕਦੀ ਆ। ਜਿਹੜੀ ਹੋਰ ਗੱਲ ਮੈਂ ਤੁਹਾਨੂੰ ਇੱਥੇ ਆਪਣੇ ਜਿਹੜੇ ਸਾਡੇ ਸਰੋਤੇ ਦੇਖ ਰਹੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਆ ਕਿ ਜੇ ਤੁਹਾਡੇ ਕੋਈ ਪਰਿਵਾਰ ਦਾ ਸ਼ਖਸ ਇਸ ਚੀਜ਼ ਤੇ ਵਜਿਦ ਆ ਕਿ ਮੈਂ ਆਪਣਾ ਧਰਮ ਇਹ ਲਿਖਾਉਣਾ ਹੈ, ਉਹ ਆਪਣੀ SC ਦੀ ਫੈਸਿਲਿਟੀ ਦਾ ਚਾਹੇ ਅਵੇਲ ਕਰਦਾ ਆ, ਉਹ ਆਪਣੇ ਆਪ ਨੂੰ SC ਕਾਊਂਟ ਨਹੀਂ ਕਰਵਾਉਂਦਾ, ਤੁਸੀਂ ਪਰਿਵਾਰ ਦੇ ਜਿਹੜੇ ਹੋਰ ਪੜ੍ਹੇ ਲਿਖੇ ਜਾਂ ਸ਼ਖਸ ਹੈਗੇ ਆ ਜਾਂ ਮੰਨ ਲਓ ਇਸ ਚੀਜ਼ ਨੂੰ ਸਮਝਦੇ ਆ, ਉਹ ਆਪਣੀ ਗਿਣਤੀ ਬੁੱਧਿਸਟ ਦੇ ਵਿੱਚ, ਸਿੱਖ ਦੇ ਵਿੱਚ ਕਰਵਾ ਸਕਦੇ ਆ ਜਾਂ ਮੰਨ ਲਓ ਉਹ ਹਿੰਦੂ ਦੇ ਵਿੱਚ ਕਰਵਾ ਸਕਦੇ। ਇਹਦੇ ਨਾਲ ਸਾਡੀ ਜਿਹੜੀ ਰਿਪਰੈਜ਼ੈਂਟੇਸ਼ਨ ਦੇ ਫਾਇਦਾ ਜਿਹੜਾ ਰਹੂਗਾ, ਸਾਡਾ ਉਹ ਗਿਣਤੀ ਨਹੀਂ ਘਟੂਗੀ, ਕਿਉਂਕਿ ਇੱਕ ਪਰਿਵਾਰ ਦੇ ਵਿੱਚ ਅਲੱਗ-ਅਲੱਗ ਧਰਮਾਂ ਨੂੰ ਮੰਨਣ ਵਾਲੇ ਹੋ ਸਕਦੇ ਆ। ਉਹ ਉਹਦੇ ਵਿੱਚ ਜਿਹੜਾ ਯੂਜ਼ਰ ਮੈਨੂਅਲ ਆ ਉਹਦੇ ਵਿੱਚ ਕਲੀਅਰ ਆ। ਜਿਹੜਾ ਪੰਚਾਇਤੀ ਰਾਜ ਐਕਟ ਇਹਦੇ ਬਾਬਤ ਕਲੀਅਰ ਕਰਦਾ ਆ ਸੈਕਸ਼ਨ 11 ਤੇ ਸੈਕਸ਼ਨ 12। ਜਿਹੜਾ ਸੈਕਸ਼ਨ 11 ਆ ਉਹ ਜਿਹੜਾ ਪੰਚਸ ਦੀ ਗੱਲ ਕਰਦਾ ਹੈ ਕਿ ਜਿੰਨੀ SC ਦੀ ਪਾਪੂਲੇਸ਼ਨ ਪਿੰਡ ਦੇ ਵਿੱਚ ਹੋਊਗੀ ਉਹਦੀ ਜਿਹੜੀ ਪ੍ਰੋਪੋਰਸ਼ਨ ਦੇ ਵਿੱਚ ਜਿਹੜੀਆਂ ਸੀਟਾਂ ਰਿਜ਼ਰਵ ਹੋਣਗੀਆਂ ਉਹ ਪੰਚਸ ਲਈ ਹੋਣਗੀਆਂ SC ਦੇ ਜਿੰਨੀ ਪਾਪੂਲੇਸ਼ਨ ਹੋਊਗੀ। ਇੱਦਾਂ ਹੀ ਸੈਕਸ਼ਨ 12 ਕਲੀਅਰ ਕਰਦਾ ਹੈ ਕਿ ਡਿਸਟ੍ਰਿਕਟ ਦੇ ਵਿੱਚ ਜਿੰਨੀ ਵੀ ਪਾਪੂਲੇਸ਼ਨ SC ਦੀ ਹੋਊਗੀ ਉਨੀਆਂ ਸੀਟਾਂ ਜਿਹੜੀਆਂ ਆ ਜਿਹੜੀਆਂ ਡਿਸਟ੍ਰਿਕਟ ਦੇ ਵਿੱਚ ਆ ਉਹ ਜਿਹੜੀਆਂ SC ਸਰਪੰਚ ਆ ਉਹਨਾਂ ਲਈ ਰਿਜ਼ਰਵ ਹੋਣਗੀਆਂ। ਸਟੇਟਸ ਦੇ ਵਿੱਚ ਮੈਂਬਰ ਪਾਰਲੀਮੈਂਟ ਦੀਆਂ ਜਿੰਨੀਆਂ ਸਟੇਟ ਦੇ ਵਿੱਚ ਪਾਪੂਲੇਸ਼ਨ SC ਦੀ ਹੋਊਗੀ ਉਨੇ ਜਿਹੜੇ ਆ ਉਹ ਪ੍ਰਪੋਰਸ਼ਨ ਦੇ ਵਿੱਚ ਜਿਹੜੇ ਆ ਸੀਟਾਂ ਰਿਜ਼ਰਵ ਹੋਣਗੀਆਂ। ਅਸੈਂਬਲੀ ਲਈ ਵੀ ਇਹੀ ਪਰਫਾਰਮਾ ਜਿਹੜਾ ਆ ਜਿਹੜਾ ਸਿਨੈਰੀਓ ਜਿਹੜਾ ਉਹ ਚੱਲਦਾ ਆ। ਮੈਂ ਇੱਥੇ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ ਆ ਕਿ 2011 ਦੇ ਵਿੱਚ ਜੇ ਸਾਡੀ ਆਬਾਦੀ 31.94% ਸੀ ਤਾਂ ਉਦੋਂ ਜਿਹੜਾ ਇਹਨਾਂ ਨੇ ਜਿਹੜੀ ਮਨੂਵਾਦੀ ਸਰਕਾਰ ਨੇ ਜਿਹੜਾ ਰੀਐਡਜਸਟਮੈਂਟ ਡਿਲੇ ਕੀਤਾ ਆ, ਜਿਹੜਾ 30 ਸਾਲ ਦੇ ਪਾਇਆ, ਉਸ ਹਿਸਾਬ ਨਾਲ ਜਿਹੜੀਆਂ ਸਾਡੀਆਂ ਸੀਟਾਂ ਆ ਉਹ 37 ਬਣਦੀਆਂ, ਜਿੱਥੇ ਅਸੀਂ 34 ਤੇ ਸਬਰ ਕਰਕੇ ਬੈਠਾ, ਕਿਉਂਕਿ ਉਹ ਸਾਡੇ ਜਿਹੜੇ ਸਮਾਜ ਦੇ ਜਿਹੜੇ MLA MP ਆ ਉਹਨਾਂ ਦੀ ਇਹ ਨਾਕਾਮਯਾਬੀ ਆ, ਉਹਨਾਂ ਦੀ ਨਲਾਇਕੀ ਆ ਇਹ ਕਿ ਉਹਨਾਂ ਨੇ ਇਸ ਚੀਜ਼ ਵੱਲ ਧਿਆਨ ਨਹੀਂ ਦਿੱਤਾ। ਉਹਨਾਂ ਨੇ ਆਪਣੀਆਂ ਸੀਟਾਂ ਬਚਾਉਣ ਦੇ ਲਈ ਜਾਂ ਆਪਣੇ ਜਿਹੜੀਆਂ ਪਾਰਟੀਆਂ ਦੀ ਚਮਚਾਗਿਰੀ ਦੇ ਬਸ ਆ ਕੇ ਸਮਾਜ ਦਾ ਇਹ ਨੁਕਸਾਨ ਕੀਤਾ। ਜਿਹੜੇ SC ST ਕਮਿਸ਼ਨ ਆ, ਜਿਹੜੇ ਚਾਹੇ ਉਹ ਪੰਜਾਬ ਦਾ ਆ ਚਾਹੇ ਉਹ ਸਾਡੇ ਸੈਂਟਰ ਦਾ ਆ, ਉਹਨਾਂ ਨੇ ਇਸ ਬਾਬਤ ਇਹ ਧਿਆਨ ਨਹੀਂ ਦਿੱਤਾ, ਕਿਉਂਕਿ ਜਿਹੜਾ ਆਰਟੀਕਲ 338 ਆ ਉਹਦਾ ਸਬ ਕਲੋਜ਼ 9 ਕਲੀਅਰ ਕਰਦਾ ਆ ਕਿ ਮੰਨ ਲਓ ਇਸ ਜਿਹੜੇ ਮੈਜੋਰਟੀ ਜਿਹੜੇ ਪਾਲਿਸੀਜ਼ ਜਿਹੜੀਆਂ ਹੈਗੀਆਂ SC ਸਮਾਜ ਨਾਲ ਰਿਲੇਟਡ ਉਹਦੇ ਬਾਬਤ ਸਟੇਟ ਗਵਰਨਮੈਂਟ ਤੇ ਯੂਨੀਅਨ ਗਵਰਨਮੈਂਟ ਉਹਨਾਂ ਦੀ ਸਲਾਹ ਦੇ ਨਾਲ ਇਹ ਕੰਮ ਕਰੂਗੀ। ਇੱਥੇ ਮੈਂ ਸਮਾਜ ਨੂੰ ਦੱਸਣਾ ਚਾਹੁੰਦਾ ਆ ਕਿ ਜਾਂ ਤਾਂ ਇਹਨਾਂ ਨੂੰ ਪਤਾ ਆ ਜਾਂ ਇਹਨਾਂ ਤੋਂ ਉਹ ਪੁੱਛਦੇ ਨਹੀਂ, ਇਹਨਾਂ ਤੋਂ ਜ਼ਰੂਰ ਪੁੱਛਿਆ ਜਾਵੇ। ਤਾਂ ਮੈਂ ਉਹਨਾਂ ਨੂੰ ਬੇਨਤੀ ਵੀ ਕਰਦਾ ਆ, ਤੁਹਾਡੀ ਇਹ ਜ਼ਿੰਮੇਵਾਰੀ ਆ, ਇਸ ਚੀਜ਼ ਦੀ ਤੁਹਾਨੂੰ ਤਨਖਾਹ ਮਿਲਦੀ ਆ, ਬਾਬਾ ਸਾਹਿਬ ਇਹ ਤੁਹਾਡੀ ਡਿਊਟੀਆਂ ਤੁਹਾਡੇ ਤੇ ਇੰਪੋਜ਼ ਕਰਾ ਕੇ ਗਏ, ਤੁਹਾਨੂੰ ਇਹ ਰਾਈਟ ਲੈ ਕੇ ਦੇ ਕੇ ਗਏ ਆ ਕਿ ਤੁਸੀਂ ਇੱਕ ਕੌਨਸਟੀਟਿਊਸ਼ਨਲ ਬੋਡੀ ਆ, ਤੁਸੀਂ ਸਮਾਜ ਦੀ ਦੇਖ ਰੇਖ ਕਰੋਗੇ, ਸਮਾਜ ਦਾ ਭਲਾ ਬੁਰਾ ਦੇਖੋਗੇ, ਤਾਂ ਤੁਸੀਂ ਉਸ ਚੀਜ਼ ਤੋਂ ਫੇਲ ਹੋਏ ਆ। ਹੁਣ ਤੁਹਾਡੀ ਇਹ ਡਿਊਟੀ ਬਣਦੀ ਆ ਇਸ ਸੈਂਸਸ ਦੇ ਮੁੱਦੇ ਤੇ ਸਰਕਾਰਾਂ ਨੂੰ ਕਾਊਂਟਰ ਕਰੋ। ਸਮਾਜ ਦੇ ਵਿੱਚ ਜਿਹੜੀਆਂ ਇਹ ਭ੍ਰਾਂਤੀਆਂ ਫੈਲਾਈਆਂ ਜਾ ਰਹੀਆਂ ਕਈਆਂ ਲੋਕਾਂ ਵੱਲੋਂ SC ਸਮਾਜ ਨੂੰ ਦੇ ਵਿੱਚ ਦੋ ਫਾੜ ਕਰਨ ਦੇ ਲਈ, ਉਹਨਾਂ ਦਾ ਨੁਕਸਾਨ ਕਰਨ ਲਈ ਉਹਨਾਂ ਨੂੰ ਟਾਰਗੇਟ ਤੇ ਲਿਆ ਜਾਵੇ। ਧੰਨਵਾਦ। ਇੱਕ ਜਿਹੜੀ ਹੋਰ ਜ਼ਰੂਰੀ ਮੈਂ ਗੱਲ ਦੱਸਣੀ ਚਾਹੁੰਦਾ ਆ ਕਿ ਇਹ ਜਿਹੜਾ ਮਾਮਲਾ ਹੈਗਾ ਆ, ਕਿਉਂਕਿ ਇਹ ਸਾਡੀ ਗਿਣਤੀ ਨਾਲ ਸੰਬੰਧਿਤ ਮਾਮਲਾ ਆ, ਕੁਝ ਲੋਕ ਸਮਾਜ ਦੇ ਵਿੱਚ ਇਸ ਤਰ੍ਹਾਂ ਦਾ ਵੀ ਮੈਸੇਜ ਦੇ ਰਹੇ ਆ ਕਿ ਇਹ ਧਰਮ ਦਾ ਮਾਮਲਾ ਆ ਜੀ, ਇਹ ਨਿੱਜੀ ਮਾਮਲਾ ਆ, ਇਹ ਲੋਕਾਂ ਪਬਲਿਕ ਮੈਟਰ ਨਹੀਂ ਹੈਗਾ, ਸਮਾਜਿਕ ਮਾਮਲਾ ਨਹੀਂ ਹੈ, ਇਸ ਲਈ ਇਹਨੂੰ ਇੱਕ ਬੰਦੇ ਦੇ ਨਿੱਜ ਨਾਲ ਜੁੜਿਆ ਹੋਇਆ ਮਾਮਲਾ ਧਰਮ ਵਾਲਾ। ਪਰ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਸੈਂਸਸ ਵਾ ਇਹ ਨਿੱਜੀ ਦੇ ਨਾਲ ਇੱਕ ਸਮਾਜਿਕ ਮਾਮਲਾ ਵੀ ਆ। ਜੇਕਰ ਸਾਡੀ ਸ਼ਡਿਊਲ ਕਾਸਟਾਂ ਦੀ ਗਿਣਤੀ ਘਟ ਗਈ ਤਾਂ ਸਾਡੀਆਂ ਸਾਰਾ ਕੁਝ ਰਿਜ਼ਰਵੇਸ਼ਨ ਸੀਟਾਂ ਸਾਰਾ ਕੁਝ ਘਟ ਜਾਣਾ। ਤਾਂ ਇਹ ਜਿਹੜਾ ਮੈਸੇਜ ਆ ਵੀ ਇਹ ਨਿੱਜੀ ਮਾਮਲਾ ਹੈਗਾ ਆ, ਧਰਮ ਨਾਲ ਜੁੜਿਆ, ਇਹ ਵੀ ਇੱਕ ਸਮਾਜ ਦਾ ਵੱਡਾ ਨੁਕਸਾਨ ਕਰਨ ਵਾਲਾ ਗਮਰਾਹਕੁਨ ਜਿਹੜਾ ਇਹ ਪ੍ਰਚਾਰ ਵਾ, ਇਹ ਤੋਂ ਵੀ ਸੁਚੇਤ ਰਹਿਣ ਦੀ ਲੋੜ ਵਾ। ਸੋ ਮੈਂ ਅੰਤ ਦੇ ਵਿੱਚ ਜਿਹੜੇ ਸਾਡੇ ਗੁਰੂ ਰਵਿਦਾਸ ਮਹਾਰਾਜ ਜੀ ਨਾਲ ਸੰਬੰਧਿਤ ਡੇਰੇ ਦੇ ਮੁਖੀ ਸਾਹਿਬਾਨ ਵਾ, ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਸਮਾਜ ਵਾ, ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਨਾਲ ਸੰਬੰਧਿਤ ਡੇਰੇ ਆ, ਸੰਤ ਸਮਾਜ ਵਾ, ਜਾਂ ਸਾਡੇ OBC ਸਮਾਜ ਨਾਲ ਸੰਬੰਧਿਤ ਜਿਹੜੇ ਸਾਡੇ ਮਹਾਂਪੁਰਸ਼ ਵਾ, ਉਹਨਾਂ ਨੂੰ, ਸਾਡੇ MPs ਨੂੰ, MLAs ਨੂੰ, ਸਾਡੀਆਂ ਸਮਾਜਿਕ ਧਾਰਮਿਕ ਰਾਜਨੀਤਿਕ ਜਿਹੜੀਆਂ ਧਿਰਾਂ ਆ ਉਹਨਾਂ ਦੇ ਮੁਖੀਆਂ ਨੂੰ, ਜਿਹੜੇ ਕਿ ਸ਼ਡਿਊਲ ਟਰਾਈਬਸ OBC ਦੀ ਨੁਮਾਇੰਦਗੀ ਕਰਦੇ ਆ, ਕਿ ਉਹ ਇਸ ਮੈਟਰ ਨੂੰ ਬਹੁਤ ਹੀ ਜ਼ਿਆਦਾ ਗੰਭੀਰਤਾ ਔਰ ਸੀਰੀਅਸਨੈਸ ਨਾਲ ਲੈਣ,
ਕਿਉਂਕਿ ਇਹਦੇ ਨਾਲ ਤੁਹਾਡਾ ਔਰ ਤੁਹਾਡੇ ਸਮਾਜ ਦਾ ਭਵਿੱਖ ਜੁੜਿਆ ਹੋਇਆ ਹੈ। ਇਹਨੂੰ ਲਾਈਟਲੀ ਲੈ ਕੇ ਜਾਂ ਇਹਨੂੰ ਬਿਲਕੁਲ ਕੋਈ ਛੋਟਾ ਮੁੱਦਾ ਸਮਝ ਕੇ ਨਾ ਲਿਆ ਜਾਵੇ। ਇਹਦੇ ਲਈ ਸਮਾਜ ਨੂੰ ਚੇਤਨ ਕੀਤਾ ਜਾਵੇ, ਕਿਉਂਕਿ ਪਹਿਲੇ ਫੇਜ਼ ਦੇ ਵਿੱਚ ਹਾਊਸਿੰਗ ਨਾਲ ਸੰਬੰਧਿਤ ਕਿੰਨੇ ਤੁਹਾਡੇ ਘਰ 'ਚ ਕਮਰੇ ਆ, ਬਾਲਿਆਂ ਦੇ ਛੱਤ ਬਾਲਿਆਂ ਵਾਲੀ ਆ, ਲੈਂਟਰ ਵਾਲੀ ਆ, ਨਾਲੀਆਂ ਢੱਕੀਆਂ ਆ, ਇੱਦਾਂ ਦੇ ਸਵਾਲ ਪੁੱਛੇ ਜਾਣੇ ਆ। ਉਹਨੂੰ 7-8 ਮਹੀਨੇ ਲੱਗ ਜਾਣੇ ਆ। ਫਿਰ ਸੈਕੰਡ ਫੇਜ਼ ਦੇ ਵਿੱਚ ਆ ਜਿਹੜਾ ਆਪਾਂ ਜਾਤੀ ਔਰ ਧਰਮ ਜਾਂ ਸ਼ਡਿਊਲ ਕਾਸਟ ਵਾਲਾ ਜਿਹੜਾ ਖਾਨਿਆਂ ਵਾਲਾ ਕੰਮ ਜਿਹੜਾ ਉਹ 8 ਮਹੀਨੇ ਬਾਅਦ ਸ਼ੁਰੂ ਹੋਣਾ ਦੂਜੇ ਫੇਜ਼ 'ਚ। ਉਨੀ ਦੇਰ ਤੱਕ ਤੁਹਾਡੇ ਕੋਲ ਸਮਾਂ ਆ ਕੱਲੇ ਜਿਹੜਾ ਆ ਉਹ ਬੰਦੇ ਤੱਕ ਪਹੁੰਚ ਕਰਕੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਾਇਆ ਜਾਵੇ। ਉਹ ਜਿਹੜੇ ਸਾਥੀ ਜਾਣਕਾਰੀ ਹਾਸਲ ਕਰਨ ਦੇ ਲਈ ਸਾਡੀਆਂ ਸੇਵਾਵਾਂ ਦੀ ਜਿਨ੍ਹਾਂ ਨੂੰ ਲੋੜ ਵਾ, ਅਸੀਂ ਪੂਰਾ ਡਾਟਾ ਪੂਰੇ ਪਾਰਟੀਕੂਲਰਸ ਫੈਕਟਸ ਦੇ ਨਾਲ ਉਹਨਾਂ ਦੇ ਕੋਲ ਪਹੁੰਚ ਕਰਨ ਲਈ ਵੀ ਤਿਆਰ ਹੈਗੇ ਆ। ਔਰ ਅੰਤ ਵਿੱਚ ਮੈਂ ਹੱਥ ਜੋੜ ਕੇ ਸਾਰੇ ਸਮਾਜ ਦੇ ਧਾਰਮਿਕ, ਸਮਾਜਿਕ, ਰਾਜਨੀਤਿਕ ਅਦਾਰਿਆਂ ਦੇ ਜਿਹੜੇ ਆਗੂ ਸਾਹਿਬਾਨ ਆ ਔਰ ਸਮੁੱਚੇ ਬਹੁਜਨ ਸਮਾਜ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਆਉਣ ਵਾਲੀ ਸੈਂਸਸ ਦੇ ਵਿੱਚ ਆਪਣਾ ਅਨੁਸੂਚਿਤ ਜਾਤੀ ਦੇ ਨਾਲ ਜਿਹੜਾ ਧਰਮ ਆ ਉਹ ਬੁੱਧ ਧਰਮ ਲਿਖਵਾ ਕੇ, ਜਿਹੜਾ ਬਾਬਾ ਸਾਹਿਬ ਦਾ ਸੁਪਨਾ ਸੀ ਕਿ ਮੈਂ ਇਸ ਦੇਸ਼ ਨੂੰ ਬੁੱਧਮਈ ਦੇਸ਼ ਦੇਖਣਾ ਚਾਹੁੰਦਾ ਆ, ਉਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਇਹ ਆਪਣਾ ਜਿਹੜਾ ਆ ਉਹ ਬਣਦਾ ਯੋਗਦਾਨ ਪਾਉਣ। ਇੰਨੀਆਂ ਗੱਲਾਂ ਨਾਲ ਰਜਾ ਲੈਂਦੇ ਹਾਂ। ਜੇ ਕੋਈ ਗਲਤ ਸ਼ਬਦ ਬੋਲ ਗਏ ਹੋਈਏ ਜਾਂ ਕਿਸੇ ਸਾਡੇ ਸ਼ਬਦਾਂ ਦੇ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੋਵੇ, ਉਹਦੇ ਲਈ ਅਸੀਂ ਇੱਕ ਵਾਰ ਨਹੀਂ ਸੈਂਕੜੇ ਵਾਰ ਜਿਹੜੀ ਉਹ ਉਹਨਾਂ ਤੋਂ ਮਾਫੀ ਮੰਗਦੇ ਹਾਂ ਔਰ ਅਸੀਂ ਉਹਦੇ ਲਈ ਹਾਰਟਲੀ ਜਿਹੜਾ ਆ ਉਹ ਸੌਰੀ ਫੀਲ ਕਰਦੇ ਹਾਂ। ਅੰਤ ਵਿੱਚ ਜੈ ਭੀਮ, ਜੈ ਭਾਰਤ, ਨਮੋ ਬੁੱਧਾਏ, ਜੈ ਗੁਰੂਦੇਵ, ਧੰਨ ਗੁਰੂਦੇਵ। ਥੈਂਕ ਯੂ।